ਚਾਹੀਦਾ ਸੀ। ਨਵੰਬਰ 84 ਦਾ ਹਾਦਸਾ ਜੋ ਦਾਸ ਨੇ ਆਪਣੀ ਅੱਖੀਂ ਦੇਖਿਆ ਕਿਸੇ ਹਾਲਤ 'ਚ ਨਹੀਂ ਹੋਣਾ ਚਾਹੀਦਾ ਸੀ। ਇੱਕ ਸਿੱਖ ਕੌਮ ਜਿਹੜੀ ਕਿ ਸਰਬੱਤ ਦੇ ਭਲੇ ਦਾ ਨਿਸ਼ਚਾ ਲੈ ਕੇ ਆਪਣਾ ਜੀਵਨ ਜੀਂਦੀ ਹੈ, ਜਿਹੜਾ ਕਿ ਸੰਤ ਸਿਪਾਹੀ ਦਾ ਜਿਨ੍ਹਾਂ ਦਾ ਮਿਸ਼ਨ ਹੈ, ਜਿਹੜਾ ਕਿ ਮੀਰੀ ਪੀਰੀ ਦੇ ਬੈਲੈਂਸ ਦੀ ਗੱਲ ਕਰਦੀ ਹੈ, ਜਿਹੜਾ ਕਿ ਸ਼ਬਦ ਗੁਰੂ ਤੋਂ ਹਮੇਸ਼ਾ ਸੇਧ ਲੈਂਦੀ ਹੈ, ਉਸ ਕੌਮ ਦੀ ਇਸ ਤਰ੍ਹਾਂ ਦੀ ਪਰੇਸ਼ਾਨੀ, ਇਹਦਾ ਕੀ ਕਾਰਨ ਹੋ ਸਕਦਾ ਹੈ? ਇਸ ਚੀਜ਼ ਦਾ ਹੱਲ ਅਸੀਂ ਵੀ ਉਹਨਾਂ 'ਚੋਂ ਹੀ ਸੀ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਪਰ ਇਹ ਸੰਗਤ ਦੇ ਵਿੱਚੋਂ ਹੀ ਸਭ ਕੁਝ ਮਿਲਦਾ ਹੈ, ਜੋ ਬਾਬਾ ਜੀ ਦੀ ਸੰਗਤ 'ਚੋਂ ਸਾਨੂੰ ਮਿਲਿਆ। ਅਸੀਂ ਤੇ ਹਰ ਇੱਕ ਇੱਛਾ, ਹਰ ਇੱਕ ਮਿਸ਼ਨ, ਹਰ ਇੱਕ ਸੁਪਨਾ ਸਾਡਾ ਉਹਦੇ ਨਾਲ ਪੂਰਾ ਹੋ ਗਿਆ। ਦੇਖੋ ਬਾਬਾ ਜੀ ਦਾ ਮਿਸ਼ਨ, ਬਾਬਾ ਜੀ ਨੇ 8 ਸਾਲ ਦੀ ਉਮਰ 'ਚ ਪ੍ਰਤਿੱਗਿਆ ਕਰ ਲਈ ਕਿ ਅਸੀਂ ਇਹ ਜ਼ਿੰਦਗੀ ਪੰਥ ਦੇ ਲੇਖੇ ਲਾਉਣੀ ਹੈ। ਪਰ ਪੰਥ ਦੇ ਲੇਖੇ ਲੱਗਣੀ ਕਿਸ ਤਰ੍ਹਾਂ, ਇਹ ਉੱਪਰ ਵਾਲੇ ਨੂੰ ਪਤਾ। ਜਿਹੜੀ ਬਿਗਰ ਪਿਕਚਰ ਉਹ ਸਾਡੇ ਕੰਟਰੋਲ ਦੇ ਵਿੱਚ ਨਹੀਂ ਹੈ, ਪਰ ਜਿਹੜਾ ਸਾਡਾ ਆਪਣਾ ਫਰਜ਼ ਹੈ ਉਹ ਜ਼ਰੂਰ ਹੈ ਕਿ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇੱਕ ਚਿੱਤ ਜਿਨ ਇੱਕ ਛਿਨ ਧਿਆਇਓ, ਕਾਲ ਫਾਸ ਕੇ बीच ना आयो। ਸਾਚ ਕਹੂੰ ਸੁਣ ਲਿਓ ਸਬਰ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰਬਾਣੀ ਨੇ ਸਾਡੇ ਲਈ 10 ਗੁਰੂਆਂ ਦਾ ਜੀਵਨ ਇੱਕ ਜੀਂਦੀ ਜਾਗਦੀ ਸਾਡੇ ਲਈ ਮਿਸਾਲਾਂ ਨੇ। ਗੁਰਬਾਣੀ ਸਾਡੇ ਲਈ ਇੱਕ ਚਾਨਣ ਮਨਾਰਾ, ਸਾਡਾ ਮਾਰਗਦਰਸ਼ਨ ਹੈ। ਕੋਈ ਵੀ ਇਸ ਤਰ੍ਹਾਂ ਦਾ ਸਵਾਲ ਨਹੀਂ ਹੈ ਜਿਹਦਾ ਜਵਾਬ ਸਾਨੂੰ ਨਹੀਂ ਮਿਲ ਸਕਦਾ। ਸੋ ਬਾਬਾ ਜੀ ਦੱਸਦੇ ਨੇ ਕਿ ਉਹਨਾਂ ਦੇ ਗੁਰੂ ਅੰਗਦ ਦੇਵ ਜੀ ਉਹਨਾਂ ਦੇ ਰੋਲ ਮਾਡਲ ਰਹੇ ਨੇ, ਅਤੇ ਉਹਨਾਂ ਨੇ ਕਿਹਾ ਸੀ ਕਿ ਸੰਤਾਂ ਦਾ ਹੁਕਮ ਜਿਹੜਾ ਵੀ ਮੰਨ ਲਏ, ਸੰਤਾਂ ਦਾ ਹੁਕਮ ਪੁਗਾ ਲਏ, ਉਹ ਸਮਝ ਲਓ ਉਹਦਾ ਜੀਵਨ ਸਫਲ ਹੈ। ਅਤੇ ਬਾਬਾ ਜੀ ਨੂੰ ਸੰਤ ਮਿਲੇ, ਸੰਤ ਤੇਜਾ ਸਿੰਘ ਜੀ, ਅਤੇ ਦੇਖੋ ਕੀ ਨਿਰਾਲਾ ਹੁਕਮ ਕੀ ਹੋਇਆ ਕਿ ਤੁਸੀਂ ਪੜ੍ਹਾਈ ਕਰੋ। ਜਿਸ ਇਨਸਾਨ ਨੇ ਪੰਥ ਦੀ ਸੇਵਾ ਦਾ ਨਿਸ਼ਚਾ ਲੈ ਕੇ ਆਪਣਾ ਮਤਲਬ ਕਿ ਮੈਂ ਪੰਥ ਨਾਲ, ਪੰਥ ਦੇ ਲੇਖੇ ਜ਼ਿੰਦਗੀ ਲਾਉਣੀ ਹੈ, ਉਹ ਨਾ ਚਾਹੁੰਦੇ ਹੋਏ ਪੂਰੀ ਪੜ੍ਹਾਈ ਕੀਤੀ। ਫਿਰ ਹੁਕਮ ਹੋਇਆ ਕਿ ਤੁਸੀਂ ਸਰਵਿਸ ਕਰੋ, ਨਾ ਚਾਹੁੰਦੇ ਹੋਏ ਪੂਰੀ ਸਰਵਿਸ ਕੀਤੀ। ਗੁਰੂ ਨਾਨਕ ਦੇਵ ਜੀ ਦੀ ਸਰਵਿਸ ਸਮਝ ਕੇ ਸਰਵਿਸ ਕੀਤੀ। ਅਤੇ ਫਿਰ ਦੇਖੋ ਇਸ ਹੁਕਮ ਮੰਨਣੇ ਦਾ ਫਲ ਕਿੱਡਾ ਬੜਾ ਫਲ ਮਿਲਿਆ ਕਿ ਰਿਟਾਇਰਮੈਂਟ ਤੋਂ ਬਾਅਦ 87 'ਚ 5 ਬੱਚਿਆਂ ਦੇ ਨਾਲ ਇਹ ਆਰਗੇਨਾਈਜੇਸ਼ਨ ਸ਼ੁਰੂ ਕਰਕੇ ਕਿੱਥੇ ਤੱਕ ਪਹੁੰਚੀ। ਸੋ ਇਹ ਹੈ ਫਲ। ਸਤਿਗੁਰੂ ਵਡਿਆਈ ਦਿੰਦਾ ਹੈ, ਫਲ ਦਿੰਦਾ ਹੈ, ਪਰ ਅਸੀਂ ਆਪਣੀ ਜ਼ਿੰਮੇਵਾਰੀ ਹੀ ਸਮਝਣੀ ਹੈ। ਪਰ ਬੜੇ ਦੁੱਖ ਦੀ ਗੱਲ ਹੈ ਕਿ ਕੌਮ ਦੀ ਨਿਰਾਸ਼ਾ ਦਾ ਕਾਰਨ ਹੈ ਕਿ ਜਿਹੜੀ ਸਾਡੀ ਪ੍ਰਾਇਰਟੀਜ਼ ਹੈਵ ਬੀਨ ਟੋਟਲੀ ਰੋਂਗ। ਬਾਬਾ ਜੀ ਨੇ ਕੀ ਕੀਤਾ ਇਸ ਆਰਗੇਨਾਈਜੇਸ਼ਨ ਦੇ ਵਿੱਚ? ਸਾਰਿਆਂ ਤੋਂ ਕੀ ਵਿਲੱਖਣਤਾ ਕੀ ਹੈ ਕਿ ਸਿੱਖੀ ਸਰੂਪ, ਨਿਤਨੇਮ ਅਤੇ ਅੰਮ੍ਰਿਤ ਛਕਣ ਦੀ ਤਿਆਰੀ। ਇਹ ਕੋਈ ਵੱਡਾ ਤਕੜਾ ਕੋਈ ਮਿਸ਼ਨ ਜਾਂ ਔਖਾ ਨਾ ਸਮਝਾਉਣ ਵਾਲੀ ਗੱਲ ਨਹੀਂ ਹੈਗੀ। ਪਰ ਜੇ ਅਸੀਂ ਅੱਜ ਜਥੇਦਾਰ ਸਾਹਿਬ ਜੀ ਸਾਡੇ ਇੱਥੇ ਹਾਜ਼ਰ ਨੇ, ਜੇ ਸਾਡੀ ਕੌਮ ਦੀ ਇਹ ਸੇਧ ਹੁੰਦੀ ਤੇ ਅੱਜ ਇਹ ਹੈ ਪ੍ਰਗਟ ਹਮਾਰੀ ਕਾਸ਼ੀ, ਸਿੱਖ ਸਖਾਂ ਇਤ ਪੜेंगे हमरे कई हज़ार। ਸਾਨੂੰ ਇਹ 300 ਸਾਲ ਸ਼ਾਇਦ ਇੰਤਜ਼ਾਰ ਨਹੀਂ ਕਰਨਾ ਪੈਂਦਾ ਅੱਜ ਦੇ ਦਿਨ ਦਾ। ਪਰ ਸਾਡੀ ਪ੍ਰਾਇਰਟੀਜ਼ ਰੋਂਗ। ਅਸੀਂ ਮਾਇਆ ਪਾਸੇ ਜ਼ਿਆਦਾ, ਮਾਇਆ ਦੇ ਵਿੱਚ ਇੰਨੇ ਜ਼ਿਆਦਾ ਲੀਨ ਹੋ ਗਏ ਹਾਂ ਕਿ ਸਾਡੀ ਸੋਚ ਹੀ ਇੱਧਰਲੇ ਪਾਸਿਓਂ ਹਟ ਗਈ ਕਿ ਸਿੱਖੀ ਸਰੂਪ ਸਾਡੇ ਲਈ ਕਿੰਨਾ ਇੰਪੋਰਟੈਂਟ ਹੈ, ਨਿਤਨੇਮ ਸਾਡੇ ਲਈ ਕਿੰਨਾ ਇੰਪੋਰਟੈਂਟ ਹੈ, ਕਿ ਜ਼ਿੰਦਗੀ ਦੇ ਵਿੱਚ ਅੰਮ੍ਰਿਤ ਛਕਣਾ ਸਾਡੇ ਲਈ ਕਿੰਨਾ ਇੰਪੋਰਟੈਂਟ ਹੈ। ਸੋ ਇਹਨਾਂ ਚੀਜ਼ਾਂ ਨੂੰ ਕੰਬਾਈਨ ਕਰਕੇ ਬਾਬਾ ਜੀ ਦਾ ਮਿਸ਼ਨ ਹੈ ਕਿ ਜਿਹੜੀ ਵੈਲਿਊ ਬੇਸਡ ਐਜੂਕੇਸ਼ਨ ਹੈ, ਉਹਦੇ ਉਸ ਪ੍ਰੋਜੈਕਟ ਦੇ ਵਿੱਚ ਇਹ ਅਕਾਲ ਯੂਨੀਵਰਸਿਟੀ ਗੁਰੂ ਕੀ ਕਾਸ਼ੀ ਦਾ ਜੋ ਪ੍ਰੋਜੈਕਟ ਹੈ, ਜਿੱਥੇ ਅਸੀਂ ਅੱਜ ਪਹੁੰਚੇ ਹਾਂ, ਇਹਦੀ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਹੈ। ਬਾਹਰਲੇ ਬੱਚੇ ਕਿਸੇ ਹੱਦ ਤੱਕ ਮਾਇਆ ਦੇ ਨਾਲ ਸੰਤੁਸ਼ਟ ਨੇ, ਪਰ ਜਦੋਂ ਉਹਨਾਂ ਨੂੰ ਇਹ ਸਿੱਖ ਵੈਲਿਊਜ਼ ਪਤਾ ਲੱਗਦਾ ਹੈ, ਉਹ ਬਹੁਤ ਹੀ ਜ਼ਿਆਦਾ ਇਹਦੇ ਨਾਲ ਪ੍ਰਭਾਵਿਤ ਹੁੰਦੇ ਨੇ। ਅਤੇ ਉਹਦੀ ਜੀਂਦੀ ਜਾਗਦੀ ਐਗਜ਼ਾਮਪਲ ਸਾਡੇ ਕੋਲ ਹੈ ਕਿ ਬੱਚੇ ਇਹ ਹੈ ਕਿ ਬਹੁਤ ਘੱਟ ਹੀ ਨੇ, ਬਹੁਤ ਕਰਮਾਂ ਵਾਲੇ ਨੇ, ਪਰ ਗੁਰਬਾਣੀ ਤੁਹਾਡਾ ਇਹ ਭੁਲੇਖਾ ਵੀ ਦੂਰ ਕਰਦੀ ਹੈ ਕਿ ਹੈਨ ਵਿਰਲੇ ਨਹੀਂ ਕਣੇ ਸਭ ਫੈਲ ਫਕਰ ਸੰਸਾਰ। ਅਸੀਂ 3 ਮਹੀਨੇ ਐਡਵਰਟਾਈਜ਼ ਕੀਤੀ ਸੰਗਤ TV 'ਤੇ ਕਿ ਇਹ ਕੈਂਪ ਲੱਗਦਾ, 10 ਸਾਲ ਤੋਂ ਕੈਂਪ ਲੱਗ ਰਿਹਾ। ਇਹ ਨਹੀਂ ਕਿ ਫਸਟ ਕਮ ਫਸਟ ਸਰਵ ਬੇਸਿਸ 'ਤੇ ਅਸੀਂ 50 ਸੀਟਾਂ ਬੁੱਕ ਕੀਤੀਆਂ ਸੀ ਫਲਾਈਟ ਦੇ ਵਿੱਚ, ਸਾਡੀਆਂ 50 ਹੀ ਪੂਰੀਆਂ ਹੋਈਆਂ। ਪਰ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਕੈਂਪ ਹਰ ਇੱਕ ਕੰਟਰੀ 'ਚੋਂ, ਬਾਬਾ ਜੀ ਵੱਲੋਂ ਤਾਂ ਖੁੱਲ੍ਹੀ ਛੁੱਟੀ ਹੈ ਕਿ 50 ਦੀ ਜਗ੍ਹਾ ਤੁਸੀਂ 100 ਲੈ ਕੇ ਆਓ, 200 ਲੈ ਕੇ ਆਓ, ਅਸੀਂ ਪੂਰਾ ਇੰਤਜ਼ਾਮ ਕਰਾਂਗੇ। ਸੋ ਇਹਨਾਂ ਬੱਚਿਆਂ ਤੋਂ ਅਸੀਂ ਆਸ ਇਹੋ ਹੀ ਰੱਖਦੇ ਹਾਂ ਕਿ ਇੱਥੇ ਆ ਕੇ ਇਹੋ ਆਪਣਾ ਸਿੱਖੀ ਜੀਵਨ, ਨਿਤਨੇਮ ਅਤੇ ਅੰਮ੍ਰਿਤ ਛਕ ਕੇ ਇੱਕ ਤਰ੍ਹਾਂ ਦੇ ਪ੍ਰਚਾਰਕ ਬਣ ਸਕਣ। ਦੇਖੋ ਇਸ ਸੈਂਟਰ ਦੇ ਵਿੱਚੋਂ ਗੁਰਬਾਣੀ ਦੀ ਜਿਹੜੀ ਲਿਟਰਲ ਟਰਾਂਸਲੇਸ਼ਨ ਹੈ, ਉਹ ਕੋਈ ਐਡਾ ਔਖਾ ਕੰਮ ਨਹੀਂ ਹੈਗੀ, ਉਹ ਹੋ ਜਾਏਗੀ। ਪਰ ਜਿਹੜੀ ਮੀਨਿੰਗ ਦੀ ਟਰਾਂਸਲੇਸ਼ਨ ਹੈ, ਉਹ ਸਾਡੇ ਜਿੰਨਾ ਚਿਰ ਅਸੀਂ ਰੋਲ ਮਾਡਲ ਨਹੀਂ ਬਣਦੇ ਸਿੱਖੀ ਦਾ, ਉਨਾ ਚਿਰ ਉਹ ਮੈਸੇਜ
पूरी दुनिया के विच नहीं फैलेगा। पर परमात्मा तो इहो जे जदों भाणा वरतना ये मिनटां सकिंटां दी गल है। साडे कैंप दे विच एक रशियन लेडी है, गर्ल, जो कि 16-17 साल तक जिन्नी सिक्खी का नाम भी नहीं सुनिया सीगा। वो कैंप के विच साडे नाल आए ने। उन्होंने नाम है सुखमनी कौर, उन्होंने 2 बच्चे ने, सेवा सिंह ते दर्शन कौर। तो मैं उन्होंने पूछा कि तुहानू सिक्खी बारे कित्थों पता लगा। वो देखो कहते कि मैं तो एक कैंप अटेंड कर फ्रांस के अपने हरभजन सिंह योगी उन्होंने का कैंप अटेंड कर गई सी। पर जदों मैं गुरुद्वारे में एंटर हुई तो मैनू इस तरह लगा कि मेरे जीवन का मनोरथ इत्थों ही पूरा होएगा। देखो किड्डी बड़ी लगन लैके उन्हीं पंजाबी सीखी, कीर्तन सीखिया। तो अजकल उन्होंने तो ज़्यादा साडे बच्चों लिए साडे लिए होर रोल मॉडल की हो सकता है। सो सतगुर वालों कोई कमी नहीं है, साडू अपने गुरुओं वालों कोई कमी नहीं है। जो साडे को खजाना है, बड़े दुख की गल है कि असीं इस खजाने का सही इस्तेमाल नहीं कर सके। सो मैनू पूरी आस है कि इस यूनीवर्सिटी के सैटअप होने के नाल बाहर भी इन्हों की काफ़ी एफिलीएशन होएगी, यूके, अमेरिका, कैनेडा के एफिलीएशन हो के ते जिहड़ी साडी नवीं पनीरी है, जिन्हां दे अंदर देखो दुखदारू सुखरोग पिया, जिहड़ा 84 का दुखांत है, ये साडे बच्चों को बहुत प्रेरित करता, सानू सारिਆਂ ਨੂੰ प्रेरित करता है। सो ਉਹਦੇ ਨਾਲ इस पासे ਨੂੰ ਇਹ बहुत जुड़ रहे हैं। ज़्यादा ਜਦੋਂ भी सिक्खी वाल अपना एनालिसिस करते हैं, ये रिसर्च करते हैं इंटरनेट तो, जो भी इंग्लिश का यो टुटी फुटी इंग्लिश जो इन्होंने मिलती है, पर वो जो इन्हों के उत्साह पैदा होता है वो एक निराला ही नज़ारा है। वो दास अपने बच्चों को कैंप के लैके आया सी पहली बार, 2 बार तो मैं जबरदस्ती लैके आया, तीसरी बार उन्हें शर्त रख दी कि असीं किते होर हॉलीडे करन जाना है। मैं कहा जी 7 बच्चों, चौथी बार कहते जी असीं होर कोई हॉलीडे करनी नहीं, हुण सानूं हर साल तुसीं बड़ू साहब लै जाया करो। तो जो सानू इत्थों मिलिया, मेरा जन्म एक छोटे जे पिंड च होया सी पंजाब च। मेरी बड़ी इच्छा सी कि जो बचपन च सानू मुश्किल आईयां, कोई सिक्खी का प्रचार नहीं सी, कोई सिक्खी बारे नहीं दस्सिया गया सी सानू, वो साडे जिहड़े छोटे छोटे बच्चे ने उस पिंड दे, क्योंकि मैं समझदा जी परमात्मा ने उस पिंड च मेरा जन्म किया तो मेरी जिम्मेवारी उस पिंड बारे बनती है। तो सारे NRI वास्ते भी मैं यही अपील कराँगा कि अपना अपना जे असीं पिंड ही एक अपना लीए, अडॉप्ट कर लीए, उन्होंने चंगा प्रचारक ग्रंथी बच्चों को सामभ सके, एक अकैडमी ही खिला दईए। जिहड़ा 500 अकैडमी का मिशन है वो पूरा करने वास्ते असीं लक बन लईए, हर एक पिंड की अप्रोच अकैडमी हो जाए। मैनू तो बड़ी खुशी है कि बाबा जी ने जिहड़ी भी बेनती की अज तक उन्हें उस पर फुल चढ़ाए ने, बड़ा उत्साह दिता कि अटवाल साहब जो कहो असीं तुहाडे नाल आ। ते असीं भी बाबा जी के नाल पूरा मुंडे नाल मुंडा जोड़ के इस मिशन के अपना पूरा सहयोग दे रहे हैं। सारे NRIs वास्ते मेरी तो यही बड़ी बेनती है, निमरता सहित बेनती है कि इस मिशन का जिन्ना भी असीं सहयोग दे सकीए वो सानू देना चाहिए है। इस वेले सारिਆਂ तो बड़ी निराशा वाली गल है कि एक एडा बड़ा पंथक प्रोजैक्ट 60,000 के करजे के नाल शुरू, 60 करोड़ के करजे के नाल ये संपूर्ण हाले नहीं होया, हाले तो 1/3 ही होया है, 2018 तक होएगा। पर जिस वास्ते 60 करोड़ का करजा लेना पिया, ये एक बड़ी मंदभागी गल है। पर ये वक्त की जरूरत भी इंजी सी कि ज़्यादा डिले नहीं हो सकता सी, जो चीज़ जो होनी ही है। पर जे असी इस लोन के भी अपना दसवंध का हिस्सा पा लीए, असी बड़े बड़े बिजनेस करते हैं। हर एक NRI मैनूं लगदा जे तुहाडे कोल इत्थे 10 करोड़ का लोन है तो घट्टो घट्ट 1 करोड़ का दसवंध, 1 करोड़ का लोन गुरु की काशी ने लैके ये लोन असी खत्म कर दईए। तो बाकी संगतां ने बहुत भरवां hungaरा भरिया कि कमरिਆਂ की सेवा बहुत ही ज़्यादा की है। सो हर एक सिख के अंदर इस चीज़ का दर्द जरूर है। पर साडी फिर मैं वही कहा कि जिहड़ी साडी प्रायोरिटीज़ ने वो साडा इस तरह है कि फैमिली कमिटमेंट्स, मनी कमिटमेंट्स, उधरले पासे में झुकाव बहुत ज़्यादा है। जदों साडी प्रायोरिटी चेंज हो गई कि साडा मिशन है सिक्खी स्वरूप नूं संभालना, नितनेम नूं संभालना, तो जिंदगी में अमृत छक के गुरु की सेवा करनी है, गुरु ग्रंथ गुरु पंथ की सेवा करनी है, तो साडा काम ये बहुत ही सौखा हो जाएगा। दस इन्हां शब्दों नाल ही खिमंद जा चुका है। वाहिगुरू जी का खालसा, वाहिगुरू जी की फतेह।